ਹੁਣ ਖਾਲਸੇ ਨੂੰ ਜਿਹੜੇ ਕਕਾਰਾਂ ਦੀ ਬਖਸ਼ਿਸ਼ ਕੀਤੀ ਹੈ, ਉਹਨਾਂ ਦੇ ਵਿੱਚੋਂ ਇੱਕ ਤਾਂ ਗੁਰਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੈ ਕੁਦਰਤ ਦੇ ਰੂਪ ਦੇ ਵਿੱਚ ਕੇਸ। ਬਾਕੀ ਜਿਹੜੇ ਕਕਾਰ ਨੇ, ਜੇਕਰ ਉਹਨਾਂ ਦਾ ਅਸੀਂ ਫਲਸਫੇ ਦੇ ਨਜ਼ਰੀਏ ਤੋਂ ਅਧਿਐਨ ਕਰਨਾ ਤਾਂ ਬਹੁਤ ਜ਼ਰੂਰੀ ਹੈ। ਵੈਸੇ ਤਾਂ ਕਈ ਵਾਰੀ ਜਦੋਂ ਸਵਾਲ ਕੀਤਾ ਜਾਂਦਾ ਨਾ, ਕੇਸ ਕਿਉਂ ਰੱਖਦੇ ਹੋ, ਇਹ ਸਵਾਲ ਹੀ ਗਲਤ ਹੈ। ਸਵਾਲ ਤਾਂ ਇਹ ਕੀਤਾ ਜਾਣਾ ਚਾਹੀਦਾ, ਕੇਸ ਕਿਉਂ ਕੱਟਦੇ ਹੋ। ਇਹ ਤਾਂ ਸਵਾਲ ਇਸ ਕਰਕੇ ਗਲਤ ਹੈ ਕਿ ਜਿਹੜੀ ਕੁਦਰਤ ਦੀ ਦਿੱਤੀ ਬਖਸ਼ਿਸ਼ ਹੈ, ਜਿਹੜਾ ਕੁਦਰਤ ਦਾ ਸਰੂਪ ਹੈ, ਉਹਨੂੰ ਵਿਗਾੜਨਾ ਤੇ ਫਿਰ ਕਹਿਣਾ ਕਿ ਕੇਸ ਕਿਉਂ ਰੱਖਦੇ ਹਾਂ, ਇਹ ਤਾਂ ਸਵਾਲ ਹੀ ਗਲਤ ਹੈ। ਕੋਈ ਕੁਦਰਤ ਦੇ ਰੂਪ ਨੂੰ ਵਿਗਾੜੇ, ਸਰੂਪ ਨੂੰ ਵਿਗਾੜੇ, ਫਿਰ ਅਸੀਂ ਕਹੀਏ ਤੂੰ ਸਰੂਪ ਕਿਉਂ ਵਿਗਾੜਿਆ ਹੈ, ਕੇਸ ਕਿਉਂ ਕੱਟਦੇ ਹੋ। ਸਵਾਲ ਤਾਂ ਇਹ ਬਣਦਾ। ਔਰ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਅਧਿਆਤਮਿਕ ਸੁਰ ਦੇ ਵਿੱਚ ਕੇਸਾਂ ਦੀ ਸਾਰੇ ਗ੍ਰੰਥਾਂ 'ਚ ਬਹੁਤ ਮਹਾਨਤਾ ਹੈ। ਤੁਸੀਂ ਤੌਰੇਤ ਨੂੰ ਪੜ੍ਹ ਲਓ, ਬਾਈਬਲ ਨੂੰ ਪੜ੍ਹ ਲਓ, ਇੱਥੋਂ ਤੱਕ ਕਿ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੂਰਾ ਬਕਰ ਦੀ ਆਇਤ ਨੰਬਰ 196 ਦੇ ਵਿੱਚ ਬੜਾ ਸਪਸ਼ਟ ਹੈ, ਵਾਇਤਨਹੁਲ ਹਜ਼ੁਲ ਉਮਰਤਾ ਲਿਲਾਹਿ ਫਾਇਨ ਓਇਸਰ। ਐ ਮੁਸਲਮਾਨੋ, ਹਜ ਕਰੋ, ਉਮਰੇ ਕਰੋ, ਰੋਜ਼ੇ ਰੱਖੋ, ਪਰ ਇਸ ਸਮੇਂ ਦੇ ਦੌਰਾਨ ਜੇਕਰ ਕੇਸਾਂ ਦੀ ਬੇਅਦਬੀ ਕਰਦੇ ਹੋ ਤੇ ਖੁਦਾ ਦੇ ਦਰ ਕੁਝ ਵੀ ਪਰਵਾਹ ਨਹੀਂ। ਸੋ ਕੇਸਾਂ ਦੀ ਗੱਲ ਉੱਥੇ ਵੀ ਹੈ। ਤੇ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਪਰਮਾਤਮਾ ਦੇ ਨਿਰਾਕਾਰ ਸਰੂਪ ਨੂੰ ਵੀ ਕੇਸਾਧਾਰੀ ਚਿਤਵਿਆ ਗਿਆ ਹੈ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣਾ ਨੱਕ ਜਿਨ ਲੰਮੜੇ ਵਾਲਾ, ਜਾਂ ਨਿਰਾਹਾਰੀ ਕੇਸਵ ਨਿਰਵੈਰਾ, ਜਾਂ ਕੇਸੋ ਕੇਸੋ ਕੂਕੀ ਹੈ। ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲ ਜਾਣਗੇ। ਸੋ ਕੇਸ ਤਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਨੇ ਹਰ ਇੱਕ ਦੇ ਵਾਸਤੇ, ਕੇਵਲ ਸਿੱਖ ਦੇ ਵਾਸਤੇ ਨਹੀਂ, ਹਰ ਇੱਕ ਨੂੰ ਇਹ ਬਖਸ਼ਿਸ਼ ਹੈ। ਸਵਾਲ ਤਾਂ ਕੇਸ ਕਤਲ ਕਰਨ ਵਾਲੇ ਤੇ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਕੁਦਰਤ ਦੇ ਸਰੂਪ ਨੂੰ ਕਿਉਂ ਵਿਗਾੜਿਆ। ਦੂਸਰੀ ਗੱਲ, ਜਦੋਂ ਅਸੀਂ ਕਿਰਪਾਨ ਦੀ ਗੱਲ ਕਰਦੇ ਹਾਂ, ਤੇਗ ਦੀ ਗੱਲ ਕਰਦੇ ਹਾਂ, ਸ੍ਰੀ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਇੱਕ ਅਹਿਮੀਅਤ ਇਹ ਹੈ ਕਿ ਦੁਸ਼ਮਣ ਦੇ ਹੱਥ 'ਚ ਵੀ ਤੇਗ ਹੋਵੇ, ਤਲਵਾਰ ਹੋਵੇ, ਤੇ ਸਿੱਖ ਦੇ ਹੱਥ ਦੇ ਵਿੱਚ ਵੀ ਹੋਵੇ, ਤੇ ਉਹਦਾ ਅੰਤਰ ਕੀ ਹੈ। ਸਾਡੇ ਕੋਲ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਜਦੋਂ ਤੇਗ ਹੁੰਦੀ ਆ, ਕਿਰਪਾਨ ਬਣ ਕੇ ਕਕਾਰ ਬਣ ਜਾਂਦੀ ਹੈ, ਤੇ ਉਹਦਾ ਮੰਤਵ ਜਿਹੜਾ ਹੈ ਨਾ, ਉਹ ਬੜਾ ਵੱਖਰਾ ਹੋ ਜਾਂਦਾ। ਉਹਦਾ ਮਕਸਦ ਉਹ ਨਹੀਂ ਰਹਿ ਜਾਂਦਾ ਜੋ ਦੁਨੀਆ ਦੇ ਬਾਕੀ ਤੇਗਧਾਰੀ ਮਨੁੱਖਾਂ ਦਾ ਹੁੰਦਾ। ਸਾਡਾ ਮਕਸਦ ਤੇ ਮੰਤਵ ਜਿਹੜਾ ਉਹ ਬਦਲ ਜਾਂਦਾ ਹੈ, ਜਿਸ ਨੂੰ ਭਾਈ ਨੰਦ ਲਾਲ ਆਪਣੇ ਲਫ਼ਜ਼ਾਂ 'ਚ ਸਪਸ਼ਟ ਕਰਦੇ ਨੇ। ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਨੰਦ ਲਾਲ ਕਹਿੰਦੇ ਨੇ, ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇਗ ਰਾਹ ਫਤਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਸੇ ਮਰਦੂਦ ਦੇ ਉੱਪਰ ਤੇਗ ਦਾ ਵਾਰ ਕਰਦੇ ਨੇ, ਉਸ ਨੂੰ ਮੁਰਦਾ ਬਣਾ ਦਿੰਦੇ ਨੇ, ਪਰ ਜਦੋਂ ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ਬਾਨ ਦਾ ਵਾਰ ਕਰਦੇ ਨੇ, ਉਹਨੂੰ ਮੁਰੀਦ ਬਣਾ ਲੈਂਦੇ ਨੇ। ਮੁਰਦਾਰ ਨੂੰ ਮੁਰਦਾ ਔਰ ਜ਼ਮੀਰ ਤੋਂ ਮਰੇ ਮੁਰਦੇ ਨੂੰ ਮੁਰੀਦ। ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਔਰ ਹੋਇਆ ਇਤਿਹਾਸ ਦੇ ਵਿੱਚ ਇਸ ਤਰ੍ਹਾਂ। ਪਹਿਲਾਂ ਤਾਂ ਅਸੀਂ ਉਸ ਤੇਗ ਨੂੰ ਸਮਝਣ ਦਾ ਯਤਨ ਕਰੀਏ ਕਿ ਸ਼ਬਦ ਦਾ ਵਾਰ ਕਰਨ ਵਾਲੀ ਤੇਗ ਕਿਹੜੀ ਹੁੰਦੀ, ਪਹਿਲਾਂ ਉਸ ਨੂੰ ਸਮਝੀਏ। ਫਿਰ ਅਸੀਂ ਗੁਰਦੇਵ ਪਾਤਸ਼ਾਹ ਇਹਨਾਂ ਦੋਹਾਂ ਹੀ ਤਲਵਾਰਾਂ ਦੀ, ਸ਼ਬਦ ਦੀ ਔਰ ਕਿਰਪਾਨ ਦੀ ਵਰਤੋਂ ਕਿਵੇਂ ਕਰਦੇ ਨੇ ਇਸ ਕਕਾਰ ਦੀ, ਫਿਰ ਸਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ। ਪਹਿਲਾਂ ਸ਼ਬਦ ਦੀ ਤੇਗ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਪਾਕ ਪਟਨ ਗਏ ਨੇ, ਦਰਅਸਲ ਇਹ ਫਰੀਦ ਸਾਹਿਬ ਦਾ ਉਹ ਟਿਕਾਣਾ ਜਿੱਥੇ ਫਰੀਦ ਸਾਹਿਬ ਰਿਹਾ ਕਰਦੇ ਸੀ, ਤੇ ਫਰੀਦ ਸਾਹਿਬ ਦੇ 13ਵੀਂ ਰੋਜ਼ਾ ਨਸ਼ੀਨ ਤੇ ਗੱਦੀ ਨਸ਼ੀਨ ਉੱਥੇ ਨੇ। ਉਹਨਾਂ ਦਾ ਨਾਮ ਹੈ ਸ਼ੇਖ ਸੈਯਦ ਇਬਰਾਹੀਮ। ਸਾਡੀਆਂ ਜਨਮ ਸਾਖੀਆਂ ਦੇ ਵਿੱਚ ਸ਼ੇਖ ਬ੍ਰਹਮ ਆਉਂਦਾ ਹੈ, ਪਰ ਬ੍ਰਹਮ ਇਸਲਾਮ ਦਾ ਨਾਮ ਨਹੀਂ ਹੈ। ਉਹਨਾਂ ਦਾ ਅਸਲ ਨਾਮ ਸ਼ੇਖ ਸੈਯਦ ਇਬਰਾਹੀਮ ਸੀ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਗਏ, ਜੰਗਲ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਮਰਦਾਨਾ ਰਬਾਬ ਵਜਾ ਰਿਹਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਪੜ੍ਹਿਆ। ਉਹ ਸ਼ਬਦ ਹੈ, ਆਪੇ ਪੱਟੀ ਕਲਮ ਆਪ ਉਪਰ ਲੇਖ ਵੀ ਤੂੰ ਏਕੋ ਕਹੀਏ ਨਾਨਕਾ
ਦੂਜਾ ਕਾਹੇ ਹੂ। ਹੁਣ ਜਦੋਂ ਇਸ ਸ਼ਬਦ ਦੀ ਸਦਾ, ਇਸ ਸ਼ਬਦ ਦੀ ਆਵਾਜ਼ ਸਾਰੇ ਜੰਗਲ ਦੇ ਵਿੱਚ ਗੂੰਜਦੀ ਹੈ ਨਾ, ਤੇ ਸ਼ੇਖ ਇਬਰਾਹੀਮ ਦਾ ਇੱਕ ਚੇਲਾ, ਉਸ ਦਾ ਇੱਕ ਮੁਰੀਦ ਜੰਗਲ ਦੇ ਵਿੱਚ ਲੱਕੜੀਆਂ ਇਕੱਠੀਆਂ ਕਰਨ ਦੇ ਵਾਸਤੇ ਆਇਆ, ਉਹ ਲੱਕੜੀਆਂ ਤਾਂ ਉੱਥੇ ਹੀ ਰੱਖ ਦਿੰਦਾ, ਉਸ ਆਵਾਜ਼ ਵੱਲ ਤੁਰਿਆ ਆਉਂਦਾ। ਜਦੋਂ ਉਸ ਆਵਾਜ਼ ਤੱਕ ਪਹੁੰਚਦਾ ਹੈ ਤਾਂ ਪਰਮਾਤਮਾ ਦਾ ਨੂਰ ਗੁਰੂ ਨਾਨਕ ਸਾਹਿਬ ਬੈਠੇ ਨੇ, ਉਹ ਬਿਲਕੁਲ ਅਹਿਲ ਜਿਹਾ ਹੋ ਜਾਂਦਾ ਹੈ। ਉਹਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜੀ ਸਦਾ, ਇਹ ਆਵਾਜ਼, ਇਹਦੇ 'ਚ ਇੰਨਾ ਵਿਗਾਸ, ਇੰਨਾ ਖੇੜਾ, ਇੰਨੀ ਰਹਿਮਤ ਕਿਵੇਂ। ਉਹ ਸੁਣਦਾ ਹੈ ਸਾਰੇ ਸ਼ਬਦ ਨੂੰ। ਸ਼ਬਦ ਸੁਣਨ ਤੋਂ ਬਾਅਦ ਉਹ ਆਪਣੇ ਮੁਰਸ਼ਿਦ ਦੇ ਕੋਲ, ਸ਼ੇਖ ਇਬਰਾਹੀਮ ਦੇ ਕੋਲ ਜਾਂਦਾ ਹੈ। ਇਬਰਾਹੀਮ ਨੂੰ ਜਾ ਕੇ ਕਹਿੰਦਾ, ਅੱਜ ਜੰਗਲ ਦੇ ਵਿੱਚ ਇੱਕ ਐਸਾ ਰਹਿਬਰ ਆਇਆ ਹੈ ਨਾ ਕਿ ਉਹਨੇ ਜੋ ਬੋਲਿਆ ਨਾ, ਉਹਨੂੰ ਸੁਣ ਕੇ ਮੇਰੇ ਤਾਂ ਕਵਾੜ ਹੀ ਖੁੱਲ੍ਹ ਗਏ, ਮੇਰੇ ਤਾਂ ਹੋਸ਼ ਹੀ ਗੁੰਮ ਹੋ ਗਏ। ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਮੈਂ ਲੱਕੜਾਂ ਇਕੱਠੀਆਂ ਕਰਨ ਆਇਆ ਸੀ, ਲੱਕੜਾਂ ਤਾਂ ਉੱਥੇ ਹੀ ਛੱਡ ਆਇਆ। ਮੈਂ ਤਾਂ ਉਸ ਦੀ ਕਲਾਮ ਨੂੰ, ਉਸ ਦੇ ਸ਼ਬਦ ਨੂੰ ਸੁਣਦਾ ਰਿਹਾ। ਸ਼ੇਖ ਇਬਰਾਹੀਮ ਕਹਿੰਦਾ, ਕੀ ਬੋਲਿਆ ਉਸਨੇ? ਹੁਣ ਜਿਹੜਾ ਉਸ ਨੂੰ ਇਹ ਨਹੀਂ ਪਤਾ, ਵੇਖੋ ਇਹ ਜਿਹੜਾ ਸ਼ਬਦ ਮੈਂ ਪੜ੍ਹਿਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ, ਪਰ ਉਹ ਇਸ ਸ਼ਬਦ ਦੇ ਅਰਥ ਜਿਹੜੇ ਨੇ ਉਹ ਆਪਣੀ ਬੋਲੀ 'ਚ ਸਮਝਾਉਂਦਾ, ਉਹ ਜਨਮ ਸਾਖੀ ਦੇ ਵਿੱਚ ਨੇ। ਉਹ ਕਹਿੰਦਾ ਕਿ ਉਸ ਰਹਿਬਰ ਨੇ ਸ਼ਬਦ ਪੜ੍ਹਿਆ ਸੀ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਹੁਣ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ। ਇਹ ਜਿਹੜਾ ਪਹਿਲਾ ਸ਼ਬਦ ਸੀ, ਉਹਨੂੰ ਜਿਸ ਤਰ੍ਹਾਂ ਸਮਝਦਾ ਹੈ ਕਮਾਲ, ਉਹ ਕਮਾਲੂਦੀਨ ਆਪਣੇ ਮੁਰਸ਼ਿਦ ਨੂੰ ਜਾ ਕੇ ਦੱਸਦਾ, ਇਹ ਜਨਮ ਸਾਖੀ 'ਚ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ। ਬਹੁਤ ਥਾਵਾਂ 'ਤੇ ਮੈਂ ਤਾਂ ਸਮਝਾ ਰਿਹਾ ਕਿ ਕਈ ਜਗ੍ਹਾ ਦੇ ਉੱਪਰ ਸਾਨੂੰ ਇੰਜ ਤਰ੍ਹਾਂ ਇਸ ਸ਼ਬਦ ਨੂੰ ਪੜ੍ਹ ਦਿੱਤਾ ਜਾਂਦਾ, ਜਿਵੇਂ ਨਾਮ ਖੁਮਾਰੀ ਨਾਨਕਾ ਚੜੀ ਰਹੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ ਨਹੀਂ। ਨਾਨਕ ਨੀਵਾਂ ਜੋ ਚਲੇ ਲਾਗੇ ਨਾ ਤੱਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ ਨਹੀਂ। ਇਸੇ ਤਰ੍ਹਾਂ ਨਾਨਕ ਦੁਖੀਆ ਸਭ ਸੰਸਾਰ ਤੇ ਹੈ, ਜਿਹੜੀ ਅਗਲੀ ਲਾਈਨ ਹੈ, ਸੋ ਸੁਖੀਆ ਅਸੀਂ ਆਪੇ ਬਣਾ ਲਈ, ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ। ਸੋ ਇਸੇ ਤਰ੍ਹਾਂ ਇਹ ਸ਼ਬਦ ਵੀ ਜਨਮ ਸਾਖੀ ਦੇ ਵਿੱਚ ਹੈ, ਪਰ ਬਣਾ ਇਸ ਤਰ੍ਹਾਂ ਗਿਆ ਕਿਉਂਕਿ ਕਮਾਲ ਨੂੰ ਜਿਵੇਂ ਦੀ ਸਮਝ ਪਈ, ਉਸਨੇ ਆਪਣੇ ਰਹਿਬਰ ਨੂੰ ਜਾ ਕੇ ਉਂਝ ਦੱਸਿਆ। ਤੇ ਜਦੋਂ ਇਹ ਗੱਲ ਸੁਣੀ ਸ਼ੇਖ ਇਬਰਾਹੀਮ ਨੇ, ਤੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਗਏ। ਜਾ ਕੇ ਜਨਮ ਸਾਖੀ ਕਹਿੰਦੀ, ਸਭ ਤੋਂ ਪਹਿਲਾਂ ਤਾਂ ਦਸਤ ਬੋਸਾ ਜਾ ਕੇ ਗੁਰੂ ਨਾਨਕ ਸਾਹਿਬ ਦੇ ਹੱਥ ਚੁੰਮ ਲਏ। ਫਿਰ ਕਹਿੰਦਾ, ਇੱਥੇ ਨਹੀਂ, ਪਾਲਕੀ ਮੈਂ ਚੁੱਕਾਂਗਾ ਤੇ ਮੇਰੇ ਡੇਰੇ ਚੱਲੋ। ਗੁਰੂ ਨਾਨਕ ਸਾਹਿਬ ਨੂੰ ਉੱਥੇ ਲੈ ਗਿਆ। ਉੱਥੇ ਬਹੁਤ ਸਾਰੇ ਸਵਾਲ ਹੋਏ ਨੇ, ਸ਼ੇਖ ਇਬਰਾਹੀਮ ਦੇ ਤੇ ਗੁਰੂ ਨਾਨਕ ਸਾਹਿਬ ਦੇ, ਬਹੁਤ ਸਾਰੇ ਸਵਾਲ। ਉਹਨਾਂ ਦੇ ਵਿੱਚੋਂ ਸਿਰਫ ਇੱਕ ਸਵਾਲ ਤੇ ਜਵਾਬ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ, ਕਿਉਂਕਿ ਸਾਰਿਆਂ ਦਾ ਕਰਾਂਗੇ ਵਕਤ ਬਹੁਤ ਲੰਬਾ ਹੋਵੇਗਾ, ਤੇ ਅਸੀਂ ਉਸ ਗੱਲ ਨੂੰ ਸਮਝਣਾ ਕਿ ਸ਼ਬਦ ਦੀ ਤਲਵਾਰ। ਸ਼ੇਖ ਇਬਰਾਹੀਮ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ, ਕਹਿੰਦਾ ਕਿ ਅਸੀਂ ਮੁਸਲਮਾਨ ਹਾਂ, ਤੇ ਸਾਡੇ ਮਤ ਦੇ ਵਿੱਚ ਜਦੋਂ ਕਿਸੇ ਜੀਵ ਨੂੰ ਮਾਸ ਖਾਣ ਦੇ ਵਾਸਤੇ ਹਲਾਲ ਕੀਤਾ ਜਾਂਦਾ ਨਾ, ਤੇ ਕਲਮਾ ਪੜ੍ਹਿਆ ਜਾਂਦਾ ਹੈ, ਤੇ ਜੇਕਰ ਕਲਮਾ ਨਾ ਪੜ੍ਹਿਆ ਜਾਵੇ ਤੇ ਅਸੀਂ ਉਹ ਮਾਸ ਖਾ ਨਹੀਂ ਸਕਦੇ। ਜਾਨ ਵੀ ਜਾਂਦੀ ਹੈ, ਹਲਾਲ ਵੀ ਕੀਤਾ ਜਾਂਦਾ ਹੈ। ਜੇਕਰ ਕਲਮਾ ਪੜ੍ਹਿਆ ਜਾਵੇ ਤੇ ਹਲਾਲ, ਜੇ ਨਾ ਪੜ੍ਹਿਆ ਜਾਵੇ ਤੇ ਹਰਾਮ, ਅਸੀਂ ਖਾ ਨਹੀਂ ਸਕਦੇ। ਤੇ ਪਾਤਸ਼ਾਹ ਕਹਿੰਦੇ, ਠੀਕ ਹੈ, ਤੇਰਾ ਸਵਾਲ ਕੀ ਹੈ? ਕਹਿੰਦਾ, ਸਵਾਲ ਇਹ ਹੈ ਕਿ ਮਨੁੱਖ ਦਾ ਮਾਸ ਚਾਹੇ ਕਲਮਾ ਪੜ੍ਹ ਕੇ ਹਲਾਲ ਕਰੋ ਤੇ ਚਾਹੇ ਕਲਮਾ ਨਾ ਪੜ੍ਹੋ, ਪਰ ਮਨੁੱਖ ਦਾ ਮਾਸ ਕਦੀ ਹਲਾਲ ਨਹੀਂ। ਕੀ ਐਸੀ ਕੋਈ ਤਲਵਾਰ ਹੈ ਕਿ ਮਨੁੱਖ ਨੂੰ ਹਲਾਲ ਕੀਤਾ ਜਾਵੇ, ਉਹਦਾ ਖੂਨ ਵੀ ਵਗੇ, ਤੇ ਉਹ ਮਾਸ ਜਿਹੜਾ ਹੈ ਨਾ ਉਹ ਹਰਾਮ ਨਾ ਹੋਵੇ, ਉਹ ਹਲਾਲ ਹੋਵੇ? ਹੁਣ ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ ਕਿ ਇਸ ਸਵਾਲ ਦਾ ਜਵਾਬ ਜਿਸ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਨਹੀਂ ਪੜ੍ਹਿਆ ਉਹ ਨਹੀਂ ਦੇ ਸਕਦਾ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਨਹੀਂ ਪੜ੍ਹਿਆ ਤੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਵੀ ਕੋਈ ਐਸੀ ਤਲਵਾਰ ਹੋਵੇ ਜਿਹਦੇ ਨਾਲ ਬੰਦੇ ਨੂੰ ਹਲਾਲ ਕੀਤਾ ਜਾਵੇ, ਉਹਦਾ ਖੂਨ ਵੀ ਨਿਕਲੇ, ਉਹਦੇ ਜਿਸਮ 'ਚੋਂ ਕੁਝ ਨਿਕਲੇ ਵੀ, ਪਰ ਉਹ ਜਿਹੜਾ ਕਤਲ ਹੈ ਉਹ ਹਲਾਲ ਹੋਵੇ, ਹਰਾਮ ਨਾ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ, ਬਿਲਕੁਲ ਸ਼ੇਖ ਸਾਹਿਬ, ਕੀਤਾ ਜਾ ਸਕਦਾ ਹੈ, ਬਸ਼ਰਤੇ ਤਲਵਾਰ ਬਣਾਉਣ ਦਾ ਤਰੀਕਾ ਸਿੱਖਣਾ ਪਵੇਗਾ। ਫਿਰ ਗੁਰੂ ਨਾਨਕ ਸਾਹਿਬ ਮਹੱਲਾ ਪਹਿਲਾ ਦੇ ਵਿੱਚ ਸ਼ੇਖ ਇਬਰਾਹੀਮ ਨੂੰ ਉਸ ਤਲਵਾਰ ਬਣਾਉਣ ਦਾ ਤਰੀਕਾ ਦੱਸਦੇ ਨੇ। ਕਹਿੰਦੇ, ਸ਼ੇਖ ਸਾਹਿਬ, ਸੱਚ ਕੀ ਕਾਤੀ ਸੱਚ ਸਭ ਸਾਰ। ਸਾਰ ਕਿਹਾ ਜਾਂਦਾ ਲੋਹੇ ਨੂੰ। ਕਹਿੰਦੇ ਸਭ ਤੋਂ ਪਹਿਲਾਂ ਤਾਂ ਸੱਚ ਦਾ ਲੋਹਾ ਲੈ ਲਓ, ਫਿਰ ਸੱਚ ਕੀ ਕਾਤੀ, ਉਸ ਲੋਹੇ ਦੇ ਨਾਲ ਕਾਤੀ ਕਿਹਾ ਜਾਂਦਾ ਤਲਵਾਰ ਨੂੰ।
कल काती राजे कसाई। खंजर जां तलवार जां शस्त्र के वास्ते काती शब्द वरत्या जाता है। कहते कि उस सच के लोहे के नाल सच की तलवार तैयार करो, घाड़त तिसकी अपर अपार। फिर बड़े प्यार के नाल उसनूं तैयार करो, वो जिहड़ी सच की तलवार है। फिर उसनूं तिखा भी करना है। कहते फिर शब्दे साण रखाई लाए, फिर शब्द की साण के उपर उसनूं तिखा करो। सच, सच दे नाल शब्द की प्राप्ति। फिर तुसी उस किरपान नूं किते रखना भी है। पाक पट्टन की भाषा दे च म्यान नूं थैका कहा जाता। फिर कहते गुण के थैके विच समाए। फिर गुणा के म्यान दे विच उस सच की तलवार नूं पा लो जिहड़ी शब्द दे नाल तिखी कीती है। फिर कहते तिसका कुट्ठा होवे शेख। फिर कहते शेख साहब उस शब्द ते सच की तलवार का वार करो, लब लहू निकत्था देख। ते कहते फिर वो कतल हलाल होवेगा, क्योंकि मनुख के जिस्म दे विचों विकारां दा लहू निकल जाएगा। कहते ये हलाल करने का तरीका। सच की काती सच सब सार, घाड़त तिसकी अपर अपार। शब्दे साण रखाई लाए, गुण के थैके विच समाए। तिसका कुट्ठा हलाल होवे शेख, लब लहू निकत्था वेख। हुण भाई नंद लाल जी इसनूं होर रूप च बयान करते हैं। और इस तलवार का सचमुच ही असर होया, तलवारां वालियां दे उपर भी इस तलवार का असर होया।